ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਤੀਜਾ। ਸੱਚਾ ਸੇਵੀ ਸੱਚ ਸਾਲਾਹੀ, ਸੱਚਾ ਸੇਵੀ ਸੱਚ ਸਾਲਾਹੀ। ਸਚੈ ਨਾਏ ਦੁਖ ਕਬਹੀ ਨਾਹੀ, ਸੱਚੇ ਨਾਏ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਸੁਖ ਦਾਤਾ ਸੇਵਨ ਸੁਖ ਪਾਇਨ। ਗੁਰਮਤਿ ਮਨ ਵਸਾਵਨਿਆ, ਗੁਰਮਤਿ ਮਨ ਵਸਾਵਣਿਆ। ਹੋਂ ਵਾਰੀ ਜੀਉ ਵਾਰੀ, ਹੋ ਵਾਰੀ ਜੀਉ ਵਾਰੀ। ਸੁਖ ਸਹਿਜ ਸਮਾਧ ਲਗਾਵਨਿਆ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਹਿ ਜੋ ਹਰ ਸੇਵੇ ਸੇ ਸਦਾ ਸੋਹੇ, ਸੇ ਸਦਾ ਸੋਹੇ। ਸੋਭਾ ਸੁਰਤ ਸੁਹਾਵਨਿਆ, ਸੋਭਾ ਸੁਰਤ ਸੁਹਾਵਣਿਆ। ਰਹਾਉ ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਭ ਕੋ ਤੇਰਾ ਭਗਤ ਕਹਾਏ। ਸੇਈ ਭਗਤ ਤੇਰੇ ਮਨ ਪਾਏ, ਸੇਈ ਭਗਤ ਤੇਰੇ ਮਨ ਪਾਏ। ਸਚ ਬਾਣੀ ਤੁਧੈ ਸਾਲਾਹਨ, ਸਚ ਬਾਣੀ ਤੁਧੈ ਸਾਲਾਹਨ। ਰੰਗ ਰਾਤੇ ਭਗਤ ਕਰਾਵਨਿਆ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜੀਉ ਤੇਰਾ, ਸਭ ਕੋ ਸੱਚੇ ਹਰ ਜੀਉ ਤੇਰਾ। ਗੁਰਮੁਖ ਮਿਲੈ ਤਾਂ ਚੁਕੈ ਫੇਰਾ, ਗੁਰਮੁਖ ਮਿਲੈ ਤਾਂ ਚੁਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ, ਜਾ ਤੁਧ ਪਾਵੈ ਤਾਂ ਨਾਏ ਰਚਾਵੈ। ਤੂੰ ਆਪੇ ਨਾਉ ਜਪਾਵਨਿਆ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਗੁਰਮਤੀ ਹਰ ਮਨ ਵਸਾਇਆ। ਹਰਖ ਸੋਗ ਸਭ ਮੋਹ ਗਵਾਇਆ, ਹਰਖ ਸੋਗ ਸਭ ਮੋਹ ਗਵਾਇਆ। ਇਕ ਸਿਉ ਲਿਵ ਲਾਗੀ ਸਦ ਹੀ, ਇਕ ਸਿਉ ਲਿਵ ਲਾਗੀ ਸਦ ਹੀ। ਹਰ ਨਾਮ ਮਨ ਵਸਾਵਨਿਆ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਭਗਤ ਰੰਗ ਰਾਤੇ ਸਦਾ ਤੇਰਾ ਚਾਏ। ਨੌ ਨਿਧ ਨਾਮ ਵਸਿਆ ਮਨ ਆਏ, ਨੌ ਨਿਧ ਨਾਮ ਵਸਿਆ ਮਨ ਆਏ।
ਪੂਰੈ ਭਾਗ ਸਤਿਗੁਰ ਪਾਇਆ। ਪੂਰੇ ਭਾਗ ਸਤਿਗੁਰ ਪਾਇਆ। ਸ਼ਬਦੇ ਮੇਲ ਮਿਲਾਵਨਿਆ, ਸ਼ਬਦੇ ਮੇਲ ਮਿਲਾਵਣਿਆ। ਤੂੰ ਦਿਆਲ ਸਦਾ ਸੁਖ ਦਾਤਾ। ਤੂੰ ਦਿਆਲ ਸਦਾ ਸੁਖ ਦਾਤਾ। ਤੂੰ ਆਪੇ ਮਿਲ ਹੈ ਗੁਰਮੁਖ ਜਾਤਾ। ਤੂੰ ਆਪੇ ਮਿਲੈ ਗੁਰਮੁਖ ਜਾਤਾ। ਤੂੰ ਆਪੇ ਦੇਵ ਹੈ ਨਾਮ ਵਡਾਈ। ਤੂੰ ਆਪੇ ਦੇਵੈ ਨਾਮ ਵਡਿਆਈ। ਤੂੰ ਆਪੇ ਦੇਵ ਹੈ ਨਾਮ ਵਡਾਈ। ਤੂੰ ਆਪੇ ਦੇਵੈ ਨਾਮ ਵਡਾਈ। ਨਾਮ ਰਤੇ ਸੁਖ ਪਾਵਨਿਆ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਾਲਾਹੀ। ਸਦਾ ਸਦਾ ਸਾਚੇ ਤੁਧ ਸਾਲਾਹੀ। ਗੁਰਮੁਖ ਜਾਤਾ ਦੂਜਾ ਕੋ ਨਾਹੀ। ਗੁਰਮੁਖ ਜਾਤਾ ਦੂਜਾ ਕੋ ਨਾਹੀ। ਏਕ ਸਿਉ ਮਨ ਰਿਹਾ ਸਮਾਏ। ਏਕ ਸਿਉ ਮਨ ਰਿਹਾ ਸਮਾਏ। ਮਨ ਮੰਨਿਐ ਮਨ ਹੈ ਮਿਲਾਵਨਿਆ। ਮਨ ਮੰਨਿਐ ਮਨੈ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ। ਗੁਰਮੁਖ ਹੋਵੈ ਸੋ ਸਾਲਾਹੀ। ਸਾਚੇ ਠਾਕੁਰ ਵੇ ਪਰਵਾਹੇ। ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ। ਨਾਨਕ ਨਾਮ ਵਸੈ ਮਨ ਅੰਤਰ। ਗੁਰ ਸ਼ਬਦੀ ਹਰ ਮੇ ਲਾਵਨਿਆ। ਗੁਰ ਸ਼ਬਦੀ ਹਰਿ ਮੇਲਾ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 122 ਨੰਬਰ ਪੰਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਮਾਰਗ ਰਾਜ ਵੀ ਸਾਨੂੰ ਸੰਦੇਸ਼ ਦੇ ਰਹੇ ਨੇ ਮਾਝ ਰਾਗ ਦੇ ਵਿੱਚ ਕਿ ਸੱਚਾ ਸੇਵੀ ਸੱਚ ਸਾਲਾਹੀ, ਸੱਚਾ ਨਾਏ ਦੁੱਖ ਕਬਹੀ ਨਾਹੀ। ਜੇ ਜੀਵਨ ਦੇ ਵਿੱਚ ਸੱਚ ਲੈ ਕੇ ਆਓਗੇ, ਜੇ ਜੀਵਨ ਦੇ ਵਿੱਚ ਸੱਚ ਲੈ ਕੇ ਆਓ। ਸੱਚਾ ਜੀਵਨ ਜੀਓਗੇ, ਸੱਚਾ ਸੇਵੀ ਤੇ ਸੱਚ ਸਲਾਹੀ। ਸੱਚੀ ਸੇਵਾ, ਸੱਚੀ ਸੇਵਾ ਦਾ ਮਤਲਬ ਚੰਗੀ ਸਿੱਖਿਆ ਦੇ ਉੱਪਰ ਚੱਲਣਾ, ਚੰਗੀ ਸਿੱਖਿਆ ਦੇ ਚੱਲਣਾ। ਤੇ ਚੰਗੀ ਹੀ ਗੱਲ ਦੀ ਸਲਾਹਨਾ ਕਰਨੀ। ਸੱਚਾ ਸੇਵੀ ਸੱਚ ਸਾਲਾਹੀ। ਫਿਰ ਕੀ ਹੋਊਗਾ? ਸੱਚਾ ਨਾਏ, ਜਦੋਂ ਸੱਚੇ ਨਾਮ ਨਾਲ ਜੁੜ ਜਾਂਦੇ ਆ, ਸੱਚੀ ਸਿੱਖਿਆ 'ਤੇ ਚੱਲਦੇ ਆ, ਦੁੱਖ ਕਾਬੀ ਹੀ ਨਾਹੀਂ, ਦੁੱਖ ਕਦੇ ਵੀ ਨਹੀਂ ਹੁੰਦਾ। ਜਦੋਂ ਝੂਠੀਆਂ ਚੀਜ਼ਾਂ ਦੇ ਵਿੱਚ ਮਨ ਖੜਦਾ ਜਾ ਕੇ, ਦੁੱਖ ਉਦੋਂ ਸਟਾਰਟ ਹੁੰਦਾ। ਨਾਲੇ ਆਪ ਦੁਖੀ, ਨਾਲੇ ਆਪਾਂ ਦੂਜਿਆਂ ਨੂੰ ਵੀ। ਪਰ ਗੱਲ ਹੈ ਵੀ ਜੇ ਸਾਰੇ ਸੱਚ ਨਾਲ ਜੁੜਨ ਤਾਂ ਕਿਉਂਕਿ ਜੇ ਆਪਾਂ ਨੋਰਮਲ ਤਰੀਕੇ ਨਾਲ ਦੇਖਿਆ ਜਾਵੇ, ਸੱਚ ਨੂੰ ਦੁਖੀ ਕੰਮ ਕਰੀ, ਦੁੱਖ ਤੰਗ ਕਰੀ ਜਾਂਦਾ, ਦੁਖੀ ਲੱਗਦਾ ਮੈਨੂੰ ਸੱਚ ਤੰਗ ਕਰੀ ਜਾਂਦਾ, ਆਪਾਂ ਨੂੰ ਇਹ ਲੱਗੀ ਜਾਂਦਾ ਨਾ। ਤਾਂ ਸਮਝਣ ਦੀ ਲੋੜ ਹੈ। ਗੁਰੂ ਜੀ ਸਾਨੂੰ ਸੱਚ ਬਣਾਉਣਾ ਚਾਹੁੰਦੇ ਨੇ, ਸੱਚ ਨਾਲ ਜੋੜਨਾ ਚਾਹੁੰਦੇ ਨੇ। ਫਿਰ ਕੀ ਹੁੰਦਾ? ਗੁਰੂ ਜੀ ਕਹਿੰਦੇ ਸੁਖ ਦਾਤਾ ਸੇਵਨ ਸੁਖ ਪਾਇਨ। ਜੋ ਸੁੱਖਾਂ ਦੇ ਦਾਤੇ ਦੇ ਅਨੁਸਾਰ ਹੀ ਜੀਵਨ ਜੀਵਾਂਗੇ, ਉਹਦੀ ਸੇਵਾ ਕਰਾਂਗੇ, ਉਹਦੀ ਸਿੱਖਿਆ ਚੱਲਾਂਗੇ, ਸੁਖ ਪਾਇਨ, ਹਮੇਸ਼ਾ ਹੀ ਸੁਖ ਪ੍ਰਾਪਤ ਹੋਣਗੇ। ਮਨ ਦੇ ਵੀ ਤੇ ਮਨ ਦੇ ਵੀ ਤੇ ਬੋਲੋ ਭਾਈ। ਹਾਂ, ਜਦੋਂ ਅਨੁਸ਼ਾਸਨ ਦੇ ਵਿੱਚ ਹਰ ਇੱਕ ਚੀਜ਼ ਨੂੰ ਸਹੀ ਤਰੀਕੇ ਨਾਲ ਕਰਾਂਗੇ, ਕਿਹੜੀ ਨਹੀਂ ਕਰਨੀ ਛੱਡਾਂਗੇ, ਤਾਂ ਸੁਖ ਗੁਰਮਤਿ ਮਨ ਵਸਾਵਨਿਆ। ਪਰ ਇਹ ਚੀਜ਼ ਉਦੋਂ ਪਤਾ ਲੱਗੂ ਜੋ ਗੁਰੂ ਦੀ ਮੱਤ ਨੂੰ ਮਨ ਵਿੱਚ, ਤਾਂ ਗੁਰੂ ਦੀ ਮੱਤ ਨੂੰ ਮਨ ਵਿੱਚ ਵਸਾਈਏ, ਆਪਣੇ ਆਪ ਨੂੰ ਸ਼ਾਸਿਤ ਕਰੀਏ, ਡਿਸਪਲਿਨ ਦੇ ਵਿੱਚ ਲੈ ਕੇ ਆਈਏ, ਥੋੜ੍ਹੀ ਜਿਹੀ ਅਕਲ ਸਿੱਖੀਏ। ਠੀਕ ਹੈ ਜੀ। ਗੱਲ ਕਰਨ ਦਾ ਤਰੀਕਾ, ਇੱਕ ਦੂਜੇ ਨਾਲ ਬੈਠਣ ਦਾ ਤਰੀਕਾ, ਗੁਰੂ ਲਵੇ ਹਰ ਇੱਕ ਚੀਜ਼ ਕਰਨ ਦਾ ਤਰੀਕਾ। ਟਾਈਮ ਪਾਸ ਲਈ ਤਾਂ ਆਪਾਂ ਬੈਠ ਨਹੀਂ ਰਹੇ ਵੀ ਜਿਵੇਂ ਜੀ ਕੀਤਾ ਹਿੱਲੀ ਗਏ, ਜੋ ਕੁਛ ਕੀਤਾ ਉਵੇਂ ਕਰੀ ਗਏ। ਜੇ ਕਲਾਸ 'ਚ ਬੈਠੇ ਹਾਂ ਸਿੱਖਣ ਵਾਸਤੇ ਤਾਂ ਬਿਲਕੁਲ ਸਿੱਧੇ ਸਾਦੇ
ਸਰੀਰ ਨੂੰ ਵੀ ਐਕਟਿਵ ਰੱਖ ਕੇ ਦਿਮਾਗ ਨੂੰ ਵੀ ਐਕਟਿਵ ਰੱਖ ਕੇ ਬੈਠੋ। ਉਰੇ ਸੌਣ ਵਾਸਤੇ ਤਾਂ ਬਿਠਾਇਆ ਨਹੀਂ ਆਪਾਂ ਨੇ। ਹੋਂ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾਵਨਿਆ। ਗੁਰੂ ਜੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਮੇਰਾ ਜੀਓ ਜਿੰਦ ਵੀ ਵਾਰਨੇ ਜਾਂਦੀ ਹੈ। ਸੁਖ ਸਹਿਜ ਸਮਾਧ ਲਗਾਵਨਿਆ, ਜਿਨ੍ਹਾਂ ਦੀ ਆਤਮਿਕ ਅਡੋਲਤਾ ਅਵਸਥਾ ਬਣ ਜਾਂਦੀ ਹੈ, ਆਤਮ ਅਵਸਥਾ ਵਿੱਚ ਮਨ ਲੱਗ ਜਾਂਦਾ ਹੈ, ਸਮਾਧੀ ਵਿੱਚ ਮਨ, ਸਮਾਧੀ ਦਾ ਮਤਲਬ ਇਹ ਨਹੀਂ ਕਿ ਬੈਠਣ ਨੂੰ ਸਮਾਧੀ ਨਹੀਂ ਕਿਹਾ, ਜਿਨ੍ਹਾਂ ਦੀ ਆਤਮਾ ਸਮਾਧੀ ਦਾ ਰੂਪ ਧਾਰਨ ਕਰ ਲੈਂਦੀ ਹੈ, ਭਾਵ ਡੋਲ ਹੋ ਜਾਂਦੀ ਹੈ, ਆਪਣੇ ਸਿੱਧੇ ਰਸਤਿਆਂ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੰਦੀ ਹੈ। ਸੁੱਖ ਪ੍ਰਾਪਤ ਕਰਨ ਵਾਲੇ ਉਹਨਾਂ ਵਿੱਚ ਮਨ ਲੱਗ ਜਾਂਦਾ ਹੈ, ਦਿਲ ਲੱਗ ਜਾਂਦਾ ਹੈ, ਤਨ ਲੱਗ ਜਾਂਦਾ ਹੈ। ਕਹਿੰਦੇ ਐਸੇ ਵਿਅਕਤੀਆਂ ਤੋਂ ਗੁਰੂ ਜੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਜਿਹੜੇ ਰਾਹਾਂ 'ਤੇ ਤੁਰ ਪੈਂਦੇ ਨੇ। ਜੋ ਹਰ ਸੇਵੇ, ਗੁਰੂ ਜੀ ਕਹਿੰਦੇ ਜਿਹੜੇ ਹਰੀ ਦੀ ਸੇਵਾ ਕਰਦੇ ਨੇ। ਸੇ ਸਦਾ ਸੋਹੇ, ਉਹਨਾਂ ਦੀ ਹਮੇਸ਼ਾ ਹੀ ਸੋਭਾ ਹੁੰਦੀ ਹੈ। ਸੋਭਾ ਸੁਰਤ ਸੁਹਾਵਨਿਆ, ਕਿਉਂਕਿ ਜਿਹੜੀ ਸੂਰਤ ਆ ਉਹ ਸੋਹਣੀ ਬਣ ਜਾਂਦੀ ਹੈ, ਤਾਂ ਸੋਭਾ ਤਾਂ ਫਿਰ ਹੋਣੀ ਹੋਣੀ ਹੈ। ਜਿਹਦੀ ਸੁਰਤ ਮੱਤ ਸੋਹਣੀ ਬਣ ਜਾਵੇ, ਜੇ ਆਪਣੀ ਮੱਤ ਸੋਹਣੀ ਬਣ ਜਾਵੇ, ਹਮੇਸ਼ਾ ਹੀ ਸੋਭਾ ਹੋਊਗੀ ਜਾਂ ਨਹੀਂ ਹੋਊਗੀ। ਜੇ ਸਾਨੂੰ ਸਾਰਾ ਦਿਨ ਛਿੱਤਰ ਪੈਂਦੇ ਨੇ, ਗੁੱਸਾਪਣ ਮਿਲਦਾ ਹੈ, ਤਾਂ ਸਾਡੀ ਸੁਰਤ ਅਸੀਂ ਠੀਕ ਨਹੀਂ ਕੀਤੀ, ਉਹੀ ਕਾਰਨ ਹੋ ਸਕਦਾ ਨਾ। ਜਿਹੜੇ ਕੰਮ ਚੰਗੇ ਕਰਦੇ ਆ ਉਹਦੇ ਨਾਲ ਸ਼ਾਬਾਸ਼ੀ ਮਿਲਦੀ ਹੈ, ਨਹੀਂ ਮਿਲਦੀ। ਛਿੱਤਰ ਕਿਹੜੇ ਕੰਮਾਂ 'ਤੇ ਪੈਂਦੇ ਨੇ? ਮਾੜੇ 'ਤੇ। ਪਰ ਕੀ ਉਸ ਟਾਈਮ ਆਪਾਂ ਸੋਚਦੇ ਵੀ ਮੈਂ ਮਾੜਾ ਕੰਮ ਕੀਤਾ ਕੋਈ? ਤਾਂ ਸੂਰਤ ਨੂੰ ਹਮੇਸ਼ਾ ਹੀ ਸੋਹਣਾ ਬਣਾ ਕੇ ਰੱਖੋ, ਤਾਂ ਜੋ ਸੋਭਾ ਦੇ ਵਿੱਚ ਉਹ ਟਿਕੀ ਰਵੇ, ਉਹਨੂੰ ਸੋਭਾ ਮਿਲਦੀ ਰਵੇ। ਰਹਾਉ ਸਭ ਕੋ ਤੇਰਾ ਭਗਤ ਕਹਾਏ। ਪਰ ਗੁਰੂ ਜੀ ਕਹਿੰਦੇ ਕਹਿਣ ਤਾਂ ਸਾਰੇ ਤੇਰੇ ਭਗਤ ਕਹਾਉਂਦੇ ਨੇ, ਸਾਰੇ ਕਹਿੰਦੇ ਨੇ ਮੇਰੇ ਵਰਗਾ ਚੰਗਾ ਕੋਈ ਨਹੀਂ ਹੈ। ਸਭ ਕੋ ਤੇਰਾ ਭਗਤ ਕਹਾਏ, ਕੋਈ ਵੀ ਹੈ, ਚਾਹੇ ਛੋਟਾ ਜਿਹਾ ਬੱਚਾ ਹੈ, ਚਾਹੇ 100 ਸਾਲ ਦਾ ਬੰਦਾ ਹੈ, ਸਾਰੇ ਕਹਿੰਦੇ ਨੇ ਵੀ ਮੇਰੇ ਵਰਗਾ ਤਾਂ ਕੋਈ ਵਧੀਆ ਹੈ ਹੀ ਨਹੀਂ। ਜਾਂ ਆਪਾਂ ਗੱਲ ਕਰੀਏ ਵੀ ਮੇਰੇ ਵਰਗੀ ਤਾਂ ਰੱਬ ਦੀ ਭਗਤੀ ਕੋਈ ਕਰ ਹੀ ਨਹੀਂ ਸਕਦਾ, ਜੋ ਚੀਜ਼ ਮੈਂ ਕਰ ਰਿਹਾ ਉਹ ਬੈਸਟ ਹੈ। ਪਰ ਗੁਰੂ ਜੀ ਕਹਿੰਦੇ ਸੇਈ ਭਗਤ ਤੇਰੇ ਮਨ ਭਾਏ। ਅਸਲ ਦੇ ਵਿੱਚ ਭਗਤ ਉਹ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਨੇ, ਭਾਵ ਉਹ ਕੰਮ, ਉਹ ਗੁਣ ਵਿਅਕਤੀਆਂ ਦੇ ਚੰਗੇ ਨੇ ਜਿਹੜੇ ਪ੍ਰਮਾਤਮਾ ਤੁਹਾਨੂੰ ਚੰਗੇ ਲੱਗਦੇ ਨੇ। ਸੱਚ ਬਾਣੀ ਤੁਧੈ ਸਲਾਹਨ, ਸਿਰਫ ਸੱਚੀ ਬਾਣੀ ਦੁਆਰਾ ਹੀ ਉਹਦੀ ਸਲਾਹਨਾ ਕੀਤੀ ਜਾ ਸਕਦੀ ਹੈ। ਪਰਮਾਤਮਾ ਦੇ ਰਾਹ ਦਾ ਰਸਤਾ ਸਿਰਫ ਸੱਚ ਹੀ ਹੈ, ਹੋਰ ਕੋਈ ਰਸਤਾ ਨਹੀਂ ਹੈ। ਰੰਗ ਰਾਤੇ ਭਗਤ ਕਰਾਵਨਿਆ, ਉਹ ਸੱਚ ਵਿੱਚ ਹੀ ਰੰਗੇ ਰਹਿ ਕੇ ਉਹ ਭਗਤੀ ਕਰ ਲੈਂਦੇ ਨੇ। ਜਿਹੜੇ ਸੱਚ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਵਿੱਚ ਉਹ ਭਗਤੀ ਜੋ ਪ੍ਰਮਾਤਮਾ ਚਾਹੁੰਦਾ ਹੈ ਉਹ ਕਰਵਾ ਲਿੱਤੀ ਜਾਂਦੀ ਹੈ, ਹੋ ਜਾਂਦੀ ਹੈ। ਪਰ ਉਹਨਾਂ ਦੀ ਜਿਹੜੇ ਸੱਚ ਵਿੱਚ ਰੰਗੇ ਜਾਂਦੇ ਹਨ, ਰਹਿੰਦੇ ਹਨ। ਸਭ ਕੋ ਸੱਚੇ ਹਰ ਜੀਓ ਤੇਰਾ। ਗੁਰੂ ਜੀ ਕਹਿੰਦੇ ਸਭ ਕੋ ਸੱਚੇ, ਸਭ ਕੋ, ਜਿਹੜੇ ਇਹ ਸਾਰੇ ਨੇ ਸੱਚੇ ਹਰ ਜੀਓ, ਇਹ ਸਾਰੇ ਤੇਰੇ ਹੀ ਨੇ। ਪਰ ਇਹ ਜੋ ਬ੍ਰਹਿਮੰਡ ਸੰਸਾਰ ਹੈ, ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੇਰੇ ਹੀ ਹਨ। ਸਭ ਕੋ ਸੱਚੇ ਹਰ ਜੀਓ ਤੇਰਾ, हे ਸੱਚੇ ਪ੍ਰਮਾਤਮਾ, ਇਹ ਸਭ ਤੇਰਾ ਹੀ ਬਣਾਇਆ ਹੋਇਆ, ਪੈਦਾ ਕੀਤਾ ਹੋਇਆ। ਗੁਰਮੁਖ ਮਿਲੈ ਤਾਂ ਚੁੱਕੈ ਫੇਰਾ। ਗੁਰਮੁਖ ਮਿਲੈ, ਜੇ ਗੁਰੂ ਦੀ ਸਿੱਖਿਆ ਮਿਲ ਜਾਵੇ, ਜੇ ਸਾਡਾ ਮੂੰਹ ਗੁਰੂ ਵੱਲ ਹੋ ਜਾਵੇ, ਸਾਡੀ ਮੱਤ ਗੁਰੂ ਵੱਲ ਦੀ ਹੋ ਜਾਵੇ, ਤਾਂ ਜਿਹੜਾ ਫੇਰ ਹੈ ਮੁੱਕ ਜਾਂਦਾ ਹੈ। ਜਿਹੜਾ ਮਨ ਦਾ ਫੇਰ ਹੈ ਨਾ, ਮਰਨ ਜੀਵਨ ਦਾ, ਕਦੀ ਜੀ ਗਏ ਕਦੀ ਮਰ ਗਏ, ਇਹ ਮੁੱਕ ਜਾਂਦਾ ਹੈ। ਜਾਂ ਤੁਧ ਭਾਵੈ ਤਾਂ ਨਾਏ ਰਚਾਵੈ। ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ ਪਰਮਾਤਮਾ ਨੂੰ, ਪਹਿਲਾਂ ਗੁਰਮੁਖ ਹੋ ਗਏ, ਗੁਰੂ ਸਾਹਿਬ ਤੁਰੇ, ਫਿਰ ਜੋ ਗੁਰੂ ਪਰਮਾਤਮਾ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ, ਚੰਗੇ ਕੰਮ ਕਰਦੇ ਕਰਦੇ,
ਤਾਂ ਉਹ ਨਾਏ ਰਚਾਵੇ, ਉਹਦੇ ਹੁਕਮ ਵਿੱਚ ਹੀ ਰਚ ਮਿਚ ਜਾਂਦੇ ਹਨ, ਉਹਦੇ ਹੁਕਮ ਵਿੱਚ ਹੀ ਰਚ ਲੈਂਦੇ ਹਨ। ਤੂੰ ਆਪੇ ਨਾਉ ਜਪਾਵਨਿਆ, ਫਿਰ ਉਹਨਾਂ ਤੋਂ ਸਾਰੇ ਕਾਰਜ ਤੂੰ ਆਪ ਹੀ ਕਰਵਾ ਲੈਣਾ ਪਰਮਾਤਮਾ, ਆਪਣਾ ਹੁਕਮ ਵੀ, ਸਿੱਖਿਆਵਾਂ ਵੀ, ਹਰ ਇੱਕ ਚੀਜ਼ ਤੂੰ ਆਪ ਹੀ ਜਪਾ ਲਿਆ। ਕਰਵਾ ਲੈਣਾ। ਬਿਰਥੀ ਨਾ ਜਾਏ ਜਨ ਕੀ ਅਰਦਾਸ, ਬੰਦਾ ਕਹਿੰਦਾ ਵੀ ਪ੍ਰਮਾਤਮਾ ਦੇ ਅੱਗੇ ਅਸੀਂ ਜਿਹੜੀ ਜਨ ਦੀ ਅਰਦਾਸ ਉਹ ਬਿਰਥੀ ਨਹੀਂ ਜਾਂਦੀ। ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ, ਇਸ ਨੂੰ ਸਮਝਣ ਦੀ ਲੋੜ ਹੈ। ਜਦੋਂ ਸ਼ਬਦ ਨੂੰ ਚੰਗੀ ਤਰ੍ਹਾਂ ਪੜ੍ਹੋਗੇ, ਗੁਰਬਾਣੀ ਨੂੰ ਸਮਝਾਂਗੇ, ਸਭ ਤੋਂ ਪਹਿਲਾਂ ਤਾਂ ਜਨ ਕੀ ਅਰਦਾਸ ਬਿਰਥੀ ਨਹੀਂ ਜਾਂਦੀ। ਪਰ ਜਨ ਬਣਨਾ ਕੋਈ ਸੌਖੀ ਗੱਲ ਤਾਂ ਹੈ ਨਹੀਂ। ਜੋ ਜਨ ਹੋਊਗਾ, ਸੱਚਮੁੱਚ ਪ੍ਰਮਾਤਮਾ ਦਾ ਜਨ ਹੋਊਗਾ, ਜੋ ਜੁੜਿਆ ਹੋਊਗਾ, ਉਹਦੀ ਅਰਦਾਸ ਬਿਰਥੀ ਨਹੀਂ ਜਾਂਦੀ। ਪਰ ਇੱਕ ਹੋਰ ਵੀ ਪੁਆਇੰਟ ਹੈ, ਜਿਹੜਾ ਜਨ ਬਣ ਜਾਊਗਾ ਪ੍ਰਮਾਤਮਾ ਦਾ, ਉਹ ਐਸੀ ਅਰਦਾਸ ਹੀ ਕਦੀ ਨਹੀਂ ਕਰਦਾ ਜਿਹੜੀ ਪ੍ਰਮਾਤਮਾ ਦੇ ਹੁਕਮ ਦੇ ਖਿਲਾਫ ਹੋਵੇ, ਉਹਦੇ ਭਾਣੇ ਦੇ ਖਿਲਾਫ ਹੋਵੇ। ਜਿਹੜਾ ਸੱਚਮੁੱਚ ਪ੍ਰਮਾਤਮਾ ਜਨ ਬਣ ਗਿਆ, ਇਸ ਕਰਕੇ ਉਹਨੂੰ ਪਤਾ ਹੈ ਮੈਂ ਕੀ ਗੱਲ ਕਰਨੀ ਹੈ, ਵੀ ਮੈਂ ਕੋਈ ਐਸੀ ਗੱਲ ਕਦੀ ਵੀ ਨਹੀਂ ਕਰਨੀ ਜਿਹੜੀ ਪ੍ਰਮਾਤਮਾ ਦੇ ਉਲਟ ਹੋ ਜਾਵੇ, ਉਹਦੇ ਨਿਯਮਾਂ ਦੇ, ਉਹਦੇ ਹੁਕਮ ਦੇ ਉਲਟ ਹੋਵੇ। ਉਹ ਕਰਦਾ ਹੀ ਨਹੀਂ। ਕਈ ਵਾਰ ਸਾਨੂੰ ਹੁੰਦਾ ਵੀ ਅਰਦਾਸ ਕਰਾ ਲਓ ਜੀ, 50-100 ਬੰਦਿਆਂ ਤੋਂ ਪਤਾ ਨਹੀਂ ਕਿਹੜਾ ਆਤਮਾ ਕਹੀ ਜਿਹੀ ਹੁੰਦੀ ਹੈ। ਦੇਖੋ, ਜਿਹੜੀ ਆਤਮਾ ਨੂੰ ਸਮਝ ਨਹੀਂ ਹੈਗੀ ਉਹ ਜਨ ਨਹੀਂ ਹੋ ਸਕਦਾ। ਜਿਹਨੂੰ ਸਮਝ ਹੈ ਉਹ ਇਹ ਜੀ ਗਲਤ ਅਰਦਾਸ ਨਹੀਂ ਕਰੂਗਾ। ਹੁਣ ਇੱਕ ਡਾਕਟਰ ਹੈ, ਇੱਕ ਹੌਸਪੀਟਲ ਨੇ ਸਵੇਰੇ ਆ ਕੇ ਅਰਦਾਸ ਸਾਡਾ ਕੰਮ ਚੱਲੇ, ਉਹ ਅਰਦਾਸ ਕਿਵੇਂ ਪ੍ਰਵਾਨ ਹੋ ਸਕਦੀ ਹੈ ਪਰਮਾਤਮਾ ਦੇ ਦਰ 'ਤੇ? ਜੇ ਆਪਾਂ ਨੋਰਮਲ ਦੇਖੀਏ ਵੀ ਲੋਕ ਵੱਧ ਤੋਂ ਵੱਧ ਮਰੀਜ਼ ਜਾਣ ਉਹਦੇ ਲਵੇ, ਲੋਕ ਦਰਦ 'ਚ ਹੋਣ, ਦੁੱਖ 'ਚ ਹੋਣ, ਸਾਰੇ ਕਰਦੇ ਨੇ ਨਾ ਧੂਪ ਬੱਤੀ। ਤਾਂ ਵਕੀਲ ਵੀ ਕਰਦੇ ਨੇ ਆਪਣੇ ਚੈਂਬਰ 'ਚ ਜਾ ਕੇ, ਲੋਕਾਂ ਦੇ ਘਰੇ ਰੌਲਾ ਪਿਆ ਰਹੇ, ਹੈ ਨਾ, ਸਾਡੇ ਲਈ ਵੱਧ ਤੋਂ ਵੱਧ ਲੋਕਾਂ ਦਾ ਪੈਸਾ ਆਵੇ, ਅਸੀਂ ਕੇਸ ਲੜੀਏ। ਸੋਚ ਕੇ ਦੇਖੋ, ਜਿਹੋ ਜਿਹਾ ਪ੍ਰੋਫੈਸ਼ਨ ਆ, ਹੋਈ ਜੀ ਅਰਦਾਸ ਕਰੂਗਾ ਨਾ ਕੋਈ। ਪਰ ਅਰਦਾਸ ਕੀ ਬਣਦੀ ਸੀ ਜੇ ਡਾਕਟਰ ਵੀ ਕਰਦਾ ਕਿ ਮੈਂ ਸਭ ਨੂੰ ਠੀਕ ਕਰ ਸਕਾਂ, ਐਸੀ ਮੈਨੂੰ ਸਮੱਤ ਬਖਸ਼ਿਓ, ਮੈਂ ਕਿਸੇ ਨਾਲ ਠੱਗੀ ਨਾ ਮਾਰਾਂ, ਮੇਰੇ ਤੋਂ ਮਰੀਜ਼ ਵੱਧ ਤੋਂ ਵੱਧ ਠੀਕ ਹੋਣ, ਪਰਮਾਤਮਾ ਮੇਰੇ 'ਤੇ ਐਸੀ ਬਖਸ਼ਿਸ਼ ਕਰਿਓ। ਇਹ ਅਰਦਾਸ ਹੋ ਸਕਦੀ ਸੀ ਨਾ। ਅਰਦਾਸ ਕੀ ਕਰਦੇ ਹਾਂ, ਸਾਡਾ ਕੰਮ ਵੱਧ ਤੋਂ ਵੱਧ। ਹੁਣ ਅਰਦਾਸ ਦਾ ਫਰਕ ਸਾਨੂੰ ਸਮਝਣਾ ਪਊਗਾ। ਕੋਈ ਸਿੱਖ ਬੰਦਾ ਹੌਸਪੀਟਲ ਨਾ ਆਵੇ, ਉੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਵੇ, ਅਤੇ ਉਹ ਕੋਈ ਕਹੂਗਾ ਅਰਦਾਸੀਆ ਵੀ ਇਹਨਾਂ ਦਾ ਬਿਜ਼ਨਸ ਵਧੀਆ ਚੱਲੇ। ਹੁਣ ਹੌਸਪੀਟਲ ਦਾ ਬਿਜ਼ਨਸ ਕੀ ਹੈ, ਆਪਾਂ ਖੁਦ ਸੋਚ ਸਕਦੇ ਹਾਂ। ਮਤਲਬ ਸਾਨੂੰ ਸਮਝਣ ਦੀ ਲੋੜ ਹੈ ਅਰਦਾਸ ਦਾ ਮਤਲਬ, ਉਹਦਾ ਮਹੱਤਵ। ਗੁਰਮਤੀ ਹਰ ਮਨ ਵਸਾਇਆ, ਗੁਰੂ ਦੀ ਮੱਤ ਲੈ ਕੇ ਉਹ ਹਰੀ ਪਰਮਾਤਮਾ, ਉਹਦੀਆਂ ਗੱਲਾਂ ਸਾਡੇ ਮਨ ਵਿੱਚ ਵਸ ਜਾਂਦੀਆਂ ਹਨ। ਹਰਖ ਸੋਗ ਸਭ ਮੋਹ ਗਵਾਇਆ, ਜਿਹੜਾ ਅੰਦਰ ਹਰਖ ਹੈ, ਦੁੱਖ ਹੈ, ਝਗੜਾ ਹੈ, ਹਰਖ ਦਾ ਮਤਲਬ ਦੁਖੀ ਮਨ, ਝਗੜਾ ਹੈ, ਸੋਗ ਹੈ, ਦੁੱਖ ਹੈ, ਜਿਹੜਾ ਮੋਹ ਹੈ, ਕਿਉਂਕਿ ਮੋਹ ਕਰਕੇ ਸਭ ਕੁਝ ਹੁੰਦਾ ਨਾ। ਕਈ ਵਾਰ ਆਪਾਂ ਸੋਚਦੇ ਮੇਰੇ ਨੂੰ ਐ ਨਹੀਂ ਮਿਲਿਆ, ਮੇਰੇ ਨੂੰ ਐ ਦੇਣਾ, ਇਹ ਕੀ ਪੈਦਾ ਕਰਦਾ? ਮੋਹ। ਇਹ ਨਾ ਹਰਖ ਤੇ ਸੋਗ ਪੈਦਾ ਹੁੰਦਾ ਹੈ, ਫਿਰ ਇਹ ਖਤਮ ਹੋ ਜਾਂਦਾ ਹੈ। ਕਦੋਂ? ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ ਅਤੇ ਹਰਖ ਸੋਗ ਸਭ ਮੋਹ ਗਵਾਇਆ, ਇਹ ਖਤਮ ਹੋ ਜਾਂਦਾ, ਚਲਾ ਜਾਂਦਾ ਹੈ। ਮਨ ਦੀ ਅਵਸਥਾ ਬੜੀ ਹੋ ਜਾਂਦੀ ਹੈ। ਕਈ ਵਾਰ ਆਪਾਂ ਨੂੰ ਕੋਈ ਚੀਜ਼ ਨਹੀਂ ਮਿਲਦੀ, ਆਪਾਂ ਦੁਖੀ ਹੋ ਜਾਂਦੇ ਹਾਂ। ਕਿਸੇ ਨੂੰ ਵੱਧ ਮਿਲ ਜਾਂਦੀ ਹੈ, ਆਪਾਂ ਫਿਰ ਦੁਖੀ ਹੋ ਜਾਂਦੇ ਹਾਂ। ਜਦੋਂ ਕਿਸੇ ਨੂੰ ਵੱਧ ਮਿਲਦੀ ਹੈ, ਸਾਨੂੰ ਖੁਸ਼ ਹੋਣਾ ਚਾਹੀਦਾ, ਪ੍ਰਮਾਤਮਾ ਤੇਰਾ ਸ਼ੁਕਰ ਹੈ, ਤੈਨੇ ਉਸ ਨੂੰ ਵੱਧ ਦੇਤੀ, ਕੋਈ ਗੱਲ ਨਹੀਂ, ਵਧੀਆ ਗੱਲ ਹੈ, ਬਹੁਤ ਸੋਹਣਾ ਹੋਇਆ। ਸਿੱਖ ਸ਼ੁਕਰ ਮਨਾਉਂਦਾ ਦੂਸਰੇ ਦਾ ਭਲਾ ਦੇਖ ਕੇ। ਗੁਰੂ ਅੰਗਦ ਪਾਤਸ਼ਾਹ ਦੀ ਸਾਖੀ ਤਾਂ ਆਪਾਂ ਨੇ ਸੁਣੀ ਹੋਈ ਹੈ। ਜਦੋਂ ਦੇਖੋ ਹੁਣ ਉਹ ਕਿਵੇਂ ਹੈ ਕਿਵੇਂ ਨਹੀਂ ਬਾਅਦ ਦੀ ਗੱਲ ਹੈ, ਪਰ ਜਿਸ ਸਿੱਖ ਨੂੰ ਉਹਨਾਂ ਨੇ ਮਤਲਬ ਆਟਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਐਕਸਟਰਾ ਲਿੱਤਾ ਨਹੀਂ ਸੀਗਾ। ਕਹਿੰਦੇ ਨਾ, ਗੁਰੂ ਨਾਨਕ ਜੀ ਨੇ ਸਮਝਾਇਆ ਵੀ ਜੋ ਮਿਹਨਤ ਦਾ ਕੀਤਾ ਹੈ ਉਹੀ ਲੈਣਾ ਹੈ। ਮੈਂ ਥੋੜ੍ਹਾ ਜਿਹਾ ਮਿਲਿਆ ਸੀ, ਜੋ ਮਿਹਨਤ ਜਿਹਨੇ ਉਸ ਟਾਈਮ ਕਿਹੜਾ ਇੰਨੇ ਕੰਮ ਕਾਰ ਹੁੰਦੇ ਸੀਗੇ, ਬਹੁਤ ਗਰੀਬੀ ਸੀ ਭਾਈ, ਸਾਨੂੰ ਸਮਝਣ ਦੀ ਲੋੜ ਆ। ਉਸ ਟਾਈਮ ਹਾਲਾਤ ਬਹੁਤ ਮਾੜੇ ਸੀ ਅੱਜ ਨਾਲੋਂ,
ਅਸਾਂ ਬਹੁਤ ਕੁਝ ਸਾਨੂੰ ਮਿਲਿਆ ਹੋਇਆ, ਅਸੀਂ ਫਿਰ ਵੀ ਰੋ ਰਹੇ ਹਾਂ। ਹਾਲਾਤ ਉਦੋਂ ਬਹੁਤ ਮਾੜੇ ਸੀ, ਪਰ ਜਦੋਂ ਜਿੰਨਾ ਕਿ ਵੀ ਆਟਾ ਗੁੰਨਿਆ ਉਹਦੀਆਂ 1 ਜਾਂ 2 ਰੋਟੀਆਂ ਬਣੀਆਂ। ਉਹ ਸਿੱਖ ਦਾ ਕੀ ਨਾਂ ਸੀ, ਭਾਈ ਲੈਣਾ ਜੀ ਦੇਖ ਰਹੇ ਨੇ ਵੀ ਦੇਖਾਂ ਸੀ ਵੀ ਇਹਦਾ ਜੀਵਨ ਕੈਸਾ ਹੈ। ਉਦੋਂ ਵੀ 2 ਰੋਟੀਆਂ ਬਣੀਆਂ। ਘਰ ਵਾਲੀ ਕਹਿੰਦੀ ਹੈ ਵੀ ਤੁਸੀਂ ਖਾਓ, ਪਤੀ ਨੂੰ ਕਹਿੰਦੀ ਹੈ ਵੀ ਮੈਂ ਤਾਂ ਚੱਲ ਘਰੇ ਹੁੰਦੇ, ਤੁਸੀਂ ਬਾਹਰ ਕੰਮ ਕਰਕੇ ਆਉਂਦੇ ਹੋ, ਰੋਟੀਆਂ ਹੀ 2 ਨੇ। ਪਤੀ ਕਹਿੰਦਾ ਤੂੰ ਖਾ ਭਾਈ, ਜਾਂ ਬੱਚੇ ਨੂੰ ਦੇ ਦਿਓ, ਬੱਚਾ ਵੀ ਇੱਕ ਨਾਲ ਹੁੰਦਾ, ਬੱਚਾ ਵੀ ਇੱਕ ਨਾਲ ਹੁੰਦਾ ਹੈ, ਬੱਚੇ ਨੂੰ ਦਿਓ ਜਿਸ ਸਵੇਰ ਦੀ ਰੋਟੀ ਨਹੀਂ ਖਾਧੀ। ਪਰ ਸਾਰਿਆਂ ਦਾ ਮਨ ਕਿੱਡਾ ਵੱਡਾ ਇਸ਼ਾਰਾ ਕਰਦਾ ਹੁੰਦਾ, ਸਾਰੇ ਕਹਿੰਦੇ ਨਹੀਂ ਤੁਸੀਂ ਖਾਓ, ਤੁਹਾਨੂੰ ਵੱਧ ਲੋੜ ਹੈ। ਬੱਚਾ ਵੀ ਕਹਿੰਦਾ ਵੀ ਤੁਹਾਨੂੰ ਵੱਧ ਲੋੜ ਹੈ। ਇੱਕ ਦੂਜੇ ਨੂੰ ਭੁੱਖ ਲੱਗੀ ਹੋਈ ਸਭ ਨੂੰ ਹੈ, ਸਵੇਰ ਦੀ ਰੋਟੀ ਖਾਧੀ ਹੋਈ। ਅੰਨੇ ਨੂੰ ਕੋਈ ਬਾਹਰ ਆ ਜਾਂਦਾ ਲੋੜਵੰਦ, ਉਹਦੇ ਵਿੱਚ ਵੀ ਅੱਧੀ ਰੋਟੀ ਉਹਨੂੰ ਦੇ ਦਿੱਤੀ ਜਾਂਦੀ ਹੈ। ਮਤਲਬ ਖੁਦ ਭੁੱਖੇ ਨੇ, ਖੁਦ ਇੱਕ ਦੂਜੇ ਨੂੰ ਕਹਿੰਦੇ ਤੂੰ ਖਾ ਲੈ, ਤੂੰ ਖਾ ਲੈ। ਫਿਰ ਵੀ ਉਹ ਰੋਟੀ ਦਿੰਦੇ ਨੇ। ਫਿਰ ਭਾਈ ਲੈਣਾ ਹੀ ਦੇਖਦੇ ਨੇ ਵੀ ਇਹ ਜੀਵਨ ਕੈਸਾ ਹੈ, ਇੰਨਾ ਬਦਲਾਅ ਕਿਵੇਂ ਹੈ ਜੀਵਨ 'ਚ, ਇੰਨਾ ਸਬਰ ਸੰਤੋਖ ਕਿਵੇਂ। ਅਸੀਂ ਰੱਜੇ ਹੋਏ ਰੋਈ ਜਾਂਦੇ ਹਾਂ ਵੀ ਉਹਨੂੰ ਕਿਉਂ ਮਿਲ ਗਿਆ, ਉਹਨੂੰ ਕਿਉਂ ਨਹੀਂ ਮਿਲਿਆ। ਸਾਡੇ ਹਾਲਾਤ ਕੈਸੇ ਬਣਦੇ ਨੇ, ਆਪਾਂ ਖੁਦ ਸੋਚ ਕੇ ਦੇਖੋ। ਤਾਂ ਭਾਈ ਲਹਿਣਾ ਜੀ ਦਾ ਵੀ ਜੀਵਨ ਤਾਂ ਹੀ ਚੀਜ਼ਾਂ ਦਾ ਅਸਰ ਪਿਆ ਸੀ ਨਾ ਵੀ ਇਹ ਕੀ ਹੋ ਰਿਹਾ, ਕੀ ਕਹਾਣੀਆਂ ਨੇ ਇਹ। ਉਹ ਸਤਰ, ਉਹ ਸਹਿਜ ਅਵਸਥਾ, ਉਹ ਆਤਮਿਕ ਅਡੋਲਤਾ। ਅਸੀਂ ਕਿੱਥੇ ਖੜੇ ਸਟੈਂਡ ਕਰਦੇ ਹਾਂ, ਆਪਣੇ ਵੱਲ ਝਾਤੀ ਮਾਰ ਲਈਏ ਆਪਾਂ। ਇੱਕ ਸਸਿਉਂ ਲਿਵ ਲਾਗੀ ਸਦ ਹੀ, ਫਿਰ ਸਦਾ ਹੀ ਇੱਕ ਨਾਲ ਲਿਵ ਲੱਗੀ ਰਹਿੰਦੀ ਹੈ। ਉਸ ਪਰਮਾਤਮਾ ਇੱਕ ਨਾਲ ਲਿਵ ਲੱਗੀ ਰਹਿੰਦੀ ਹੈ। ਹਰ ਨਾਮ ਮਨ ਵਸਾਵਨਿਆ, ਹਰੀ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਉਹ ਸਦਾ ਹੀ ਤੇਰੇ ਚਾਅ ਵਿੱਚ, ਭਗਤੀ ਦੇ ਰੰਗ ਵਿੱਚ ਲੱਗੇ ਰਹਿੰਦੇ ਹਨ। ਜਿਵੇਂ ਚਾਅ ਹੁੰਦਾ ਨਾ ਆਪਾਂ ਨੂੰ ਕਿਸੇ ਚੀਜ਼ ਦਾ, ਆਪਾਂ ਨੂੰ ਚਾਅ ਹੁੰਦਾ ਨਾ ਕਿਸੇ ਚੀਜ਼ ਦਾ, ਉਹ ਸਦਾ ਹੀ ਉਸ ਭਗਤੀ ਦੇ ਰੰਗ ਵਿੱਚ ਲੱਗੇ ਰਹਿੰਦੇ ਹਨ। ਨੌ ਨਿਧ ਨਾਮ ਵਸਿਆ ਮਨ ਆਏ, ਕਿਉਂ ਲੱਗੇ ਰਹਿੰਦੇ ਹਨ? ਕਿਉਂਕਿ ਜਿਹੜਾ ਸਾਰਿਆਂ ਖਜ਼ਾਨਿਆਂ ਦਾ ਖਜ਼ਾਨਾ ਹੈ, ਨੌ ਨਿਧ ਨਾਮ, ਪਰਮਾਤਮਾ ਦਾ ਨਾਮ, ਹੁਕਮ, ਪਰਮਾਤਮਾ ਦੀ ਸਿੱਖਿਆ, ਪਰਮਾਤਮਾ ਦਾ ਸ਼ਬਦ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਫਿਰ ਉਹਨਾਂ ਨੂੰ ਚਾਅ ਚੜਿਆ ਰਹਿੰਦਾ ਹਮੇਸ਼ਾ ਹੀ ਚੰਗੇ ਕੰਮਾਂ ਦਾ, ਚੰਗੀ ਸੋਚ ਦਾ, ਚੰਗੇ ਵਿਚਾਰਾਂ ਦਾ। ਪੂਰੇ ਭਾਗ ਸਤਿਗੁਰ ਪਾਇਆ। ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਇਹ ਸੰਗਤ ਮਿਲਦੀ ਹੈ, ਸਾਡੇ ਭਾਗ ਕੀ ਨੇ, ਬਹੁਤ ਹੀ ਵਧੀਆ ਨੇ। ਹੁਣ ਅਸੀਂ ਇਹਨਾਂ ਨੂੰ ਜਗਾਉਣਾ ਹੈ। ਭਾਗ ਤਾਂ ਸਾਡੇ ਵਧੀਆ ਹੋ ਗਏ, ਪਰ ਜਗਾਉਣਾ ਅਸੀਂ ਅੱਗੇ ਇਹਨਾਂ ਨੂੰ ਹੋਰ। ਪੂਰਾ ਭਾਗ ਸਤਿਗੁਰ ਪਾਇਆ, ਸਤਿਗੁਰ ਸੱਚਾ ਗਿਆਨ ਪ੍ਰਾਪਤ ਕੀਤਾ, ਚੰਗੀਆਂ ਗੱਲਾਂ ਆਪਾਂ ਸਿੱਖ ਰਹੇ ਹਾਂ, ਗੁਰੂ ਦੇ ਸਨਮੁਖ ਆਪਾਂ ਬੈਠ ਰਹੇ ਹਾਂ। ਹੁਣ ਉਹਨਾਂ ਦੇ ਚੱਲਣਾ ਤਾਂ ਅਸੀਂ ਨਹੀਂ ਹੈ ਨਾ। ਸ਼ਬਦੇ ਮੇਲ ਮਿਲਾਵਨਿਆ, ਅਤੇ ਗੁਰੂ ਦੇ ਸ਼ਬਦ ਦੁਆਰਾ ਹੀ ਇਹ ਮੇਲ, ਇਹ ਮਿਲਾਪ ਹੋ ਜਾਂਦਾ ਪਰਮਾਤਮਾ ਦੇ ਨਾਲ। ਦੇਖੋ ਜ਼ਿਆਦਾ ਟੈਕਨੀਕਲ ਗੱਲਾਂ ਨਹੀਂ ਆਪਾਂ ਕਰਦੇ, ਗੁਰੂ ਜੀ ਦੀਆਂ ਸਿੱਧੀਆਂ ਲਿਖੀਆਂ ਹੋਈਆਂ ਗੱਲਾਂ ਨੇ, ਸਾਨੂੰ ਸਿੱਧੀਆਂ ਹੀ ਸਮਝ ਲੈਣੀਆਂ ਚਾਹੀਦੀਆਂ ਨੇ। ਜਿੰਨਾ ਸਿੱਧੀਆਂ ਸਮਝਾਂਗੇ ਜੀਵਨ ਸਹੀ ਕਰ ਲਾਂਗੇ ਟਾਈਮ ਨਾਲ, ਨਹੀਂ ਭੰਬਲ ਭੁੱਸਿਆਂ 'ਚ ਪੈ ਕੇ ਜੀਵਨ ਜਲੇਬੀ ਵਰਗਾ ਬਣ ਜੂਗਾ। ਠੀਕ ਹੈ ਜੀ। ਤੂੰ ਦਿਆਲ ਸਦਾ ਸੁਖ ਦਾਤਾ, ਹੈ ਪਰਮ ਪਿਤਾ ਪਰਮਾਤਮਾ, ਹੈ ਸੱਚੇ ਗਿਆਨ, ਹੈ ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੇ ਸ਼ਬਦ ਜੀ। ਤੂੰ ਦਿਆਲ ਹੈ, ਸਦਾ ਹੀ ਸੁਖ ਦੇਣ ਵਾਲਾ ਹੈ, ਤੂੰ ਬਹੁਤ ਚੰਗਾ ਹੈ। ਜੋ ਵੀ ਕੋਈ ਤੇਰੇ ਲਵੇ ਆ ਕੇ ਮਿਹਨਤ ਕਰਦੇ ਨੇ, ਤੇਰੇ ਅਨੁਸਾਰ ਚੱਲਦੇ ਨੇ, ਤਾਂ ਉਹਨਾਂ ਨੂੰ ਸੁਖ ਦਿੰਦਾ ਹੈ। ਤੂੰ ਆਪੇ ਮੇਲੇ ਗੁਰਮੁਖ ਜਾਤਾ, ਗੁਰੂ ਦੇ ਸਨਮੁਖ ਰਹਿ ਕੇ ਇਹ ਜਾਣ ਲੈਂਦੇ ਹਾਂ ਕਿ ਤੂੰ ਆਪ ਹੀ ਸਾਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਆਪ ਹੀ ਤੂੰ ਸਭ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਤੂੰ ਆਪੇ ਦੇਵ ਹੈ ਨਾਮ ਵਡਾਈ, ਫਿਰ ਤੂੰ ਆਪ ਹੀ ਆਪਣੇ ਨਾਮ ਦੁਆਰਾ ਸਾਨੂੰ ਮਤਲਬ ਉਸ ਵਿਅਕਤੀ ਨੂੰ ਜੋ ਚੱਲਦਾ ਗੁਰੂ ਅਨੁਸਾਰ, ਉਸ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਵਡਿਆਈ ਭਾਵ ਸ਼ੋਭਾ ਪ੍ਰਾਪਤ ਹੁੰਦੀ ਹੈ। ਨਾਮ ਰਤੇ ਸੁਖ ਪਾਵਨਿਆ, ਨਾਮ ਵਿੱਚ ਰੰਗੇ ਹੋਏ ਉਹ 24 ਘੰਟੇ ਸੁੱਖ ਹੀ ਸੁੱਖ ਭਰਿਆ ਜੀਵਨ ਜੀਂਦੇ ਨੇ। ਕਿਉਂਕਿ ਪਤਾ ਲੱਗ ਗਿਆ ਵੀ ਐਸੇ ਕੋਈ ਵੀ ਚੀਜ਼ ਕਿਸੇ ਦੀ ਨਹੀਂ ਹੈ, ਕੋਈ ਵੀ ਮੇਰੀ ਨਹੀਂ ਹੈ, ਇਹ ਸਭ ਵਿਨਾਸ਼ ਹੋਣ ਵਾਲੀਆਂ ਚੀਜ਼ਾਂ ਨੇ।
ਅਸੀਂ ਤਾਂ ਸਿਰਫ ਇਸਤੇਮਾਲ ਕਰਨਾ ਹੈ, ਕਿਉਂਕਿ ਇੱਕ ਲਿਮਟ ਤੋਂ ਜ਼ਿਆਦਾ ਤਾਂ ਕੋਈ ਨਾ ਖਾ ਸਕਦਾ, ਨਾ ਪੀ ਸਕਦਾ, ਨਾ ਰਹਿ ਸਕਦਾ। ਰਹਿਣ ਨੂੰ ਰਾਤ ਨੂੰ ਭਾਈ ਕਮਰੇ ਵਿੱਚ ਹੀ ਰਹਿੰਦੇ ਹਾਂ। ਹੁਣ ਮੰਨ ਲਓ ਕਿਸੇ ਘਰ 'ਚ 100 ਕਮਰਾ ਹੋਵੇ, 100 'ਚ ਰਹਿ ਲਾਂਗੇ ਆਪਾਂ, ਇੱਕ 'ਚ ਰਹਿਣਾ ਪਊਗਾ ਆਪਾਂ ਨੂੰ। ਪਰ ਫਿਰ ਤ੍ਰਿਸ਼ਨਾਵਾਂ ਨਹੀਂ ਮੁੱਕਦੀਆਂ ਆਪਣੀਆਂ। ਤਾਂ ਗਿਆਨ ਵੱਲ ਜੁੜੋ, ਅੰਦਰ ਵਿਗਿਆਨੀ ਬਣੋ, ਸਾਇੰਟਿਸਟ ਬਣੋ। ਗੁਰੂ ਜੀ ਕਹਿੰਦੇ ਖੋਜ ਦਿਲ ਹਰ ਰੋਜ਼। ਸਦਾ ਸਦਾ ਸਾਚੇ ਤੁਧ ਸਾਲਾਹੀ। ਗੁਰੂ ਜੀ ਕਹਿੰਦੇ ਪ੍ਰਮਾਤਮਾ ਜੀ, ਹੇ ਸੱਚ ਜੀ, ਹੇ ਸੱਚੇ ਗਿਆਨ ਜੀ, ਮੈਂ ਸਦਾ ਸਦਾ ਤੈਨੂੰ ਹੀ ਸਲਾਵਾਂਗਾ, ਤੈਨੂੰ ਹੀ ਆਪਣੇ ਅੰਦਰ ਵਸਾਵਾਂਗਾ। ਗੁਰਮੁਖ ਜਾਤਾ, ਗੁਰਮੁਖ ਜਾਣ ਲੈਂਦਾ ਹੈ, ਸਮਝ ਲੈਂਦਾ ਹੈ। ਦੂਜਾ ਕੋ ਨਾਹੀ, ਦੂਜੀ ਹੋਰ ਕੋਈ ਸ਼ੈ ਨਹੀਂ ਹੈ, ਦੂਜਾ ਕੋਈ ਤਰੀਕਾ ਨਹੀਂ ਹੈ ਸੁਖੀ ਹੋਣ ਦਾ, ਸੱਚ ਬਣਨ ਦਾ, ਹੋਰ ਕੋਈ ਤਰੀਕਾ ਹੈ ਹੀ ਨਹੀਂ। ਉਹ ਸਮਝ ਲੈਂਦਾ ਹੈ ਗੱਲ ਨੂੰ। ਏਕ ਸਿਉ ਮਨ ਰਿਹਾ ਸਮਾਏ, ਤਾਂ ਹੀ ਉਹ ਹਮੇਸ਼ਾ ਹੀ ਉਸ ਇੱਕ ਦੀ ਗੱਲ ਵਿੱਚ ਜੁੜਿਆ ਰਹਿੰਦਾ ਹੈ। ਜਿਹੜਾ ਮਨ ਹੈ ਨਾ, ਇੱਕ ਦੀ ਗੱਲ ਵਿੱਚ ਜੁੜਿਆ ਰਹਿੰਦਾ, ਫਾਲਤੂ ਚੱਕਰਾਂ ਵਿੱਚ ਨਿਕਲ ਕੇ ਉਹ ਸਿਰਫ ਉਸ ਇੱਕ ਪਰਮ ਪਿਤਾ ਅਕਾਲ ਪੁਰਖ ਦੇ ਹੁਕਮ ਵਿੱਚ, ਨਿਯਮਾਂ ਵਿੱਚ, ਉਸ ਦੇ ਗਿਆਨ ਵਿੱਚ ਹੀ ਸਮਾਇਆ ਰਹਿੰਦਾ ਹੈ। ਮਨ ਮੰਨਿਆ ਮਨ ਹੈ ਮਿਲਾਵਨਿਆ। ਜਦੋਂ ਮਨ ਮੰਨ ਜਾਂਦਾ ਹੈ ਤਾਂ ਮਨ ਉਸ ਵਿੱਚ ਮਿਲ ਜਾਂਦਾ ਹੈ। ਜਦੋਂ ਆਪਣਾ ਮਨ ਮੰਨੂਗਾ ਤਾਂ ਹੀ ਮਿਲੂਗਾ ਨਾ ਕਿਸੇ ਨਾਲ ਵੀ। ਜਦੋਂ ਆਪਣਾ ਕਿਸੇ ਦਾ ਮਨ ਮਿਲ ਜਾਂਦਾ, ਆਪਣਾ ਮਨ ਉਹਦੇ ਨਾਲ ਮਿਲ ਜਾਂਦਾ ਤਾਂ ਉਹਦੇ ਵਿੱਚ ਮਿਲ ਜਾਂਦਾ, ਉਹਦੇ ਵਰਗੀ ਮਨ ਬਣ ਜਾਂਦਾ ਸਾਡਾ। ਗੁਰਮੁਖ ਹੋਵੇ, ਜੋ ਗੁਰੂ ਦੇ ਸਨਮੁਖ ਹੁੰਦੇ ਨੇ, 100 ਸਾਲ ਲਾ ਉਹੀ ਸੁਣਾਉਂਦੇ ਨੇ। ਪਰ ਜਿਹਨੂੰ ਗੁਰੂ ਦੀ ਸਮਝ ਪੈ ਜਾਂਦੀ ਹੈ, ਸਿੱਖਿਆ ਦੀ ਦਿਮਾਗ ਦੀ ਗੱਲ ਪੈਂਦੀ ਹੈ, ਉਹੀ ਫਿਰ ਇਹਨਾਂ ਰਸਤਿਆਂ ਦੇ ਧਾਰਨੀ ਹੁੰਦੇ ਨੇ। ਸਾਚੇ ਠਾਕੁਰ ਬੇਪਰਵਾਹੇ, ਉਹ ਸੱਚੇ ਠਾਕੁਰ ਦੇ ਉਹ ਸੇਵਕ ਬਣਦੇ ਨੇ ਨਾ, ਉਹ ਬੇਪਰਵਾਹ ਹੋ ਜਾਂਦੇ ਨੇ, ਲਾਪਰਵਾਹ ਨਹੀਂ ਹੁੰਦੇ, ਬੇਪਰਵਾਹ। ਲਾਪਰਵਾਹ ਦਾ ਮਤਲਬ ਕੀ ਹੁੰਦਾ ਹੈ? ਚੀਜ਼ਾਂ 'ਚ ਅਣਗਹਿਲੀ ਕਰਨੀ, ਕੁਛ ਨੁਕਸਾਨ ਹੋ ਰਿਹਾ ਉਹਦੇ ਵੱਲ ਧਿਆਨ ਨਾ ਦੇਣਾ, ਚਾਹੇ ਪਾਣੀ ਹੈ, ਹਵਾ ਹੈ, ਅੱਗ ਹੈ, ਘਰ ਦੀ ਕੋਈ ਵੀ ਵਸਤੂ ਹੈ। ਕਈ ਵਾਰ ਆਪਾਂ ਦੇਖਦੇ ਹਾਂ ਚੁੰਨੀ ਗਿਰੀ ਹੁੰਦੀ ਹੈ, ਆਪਾਂ ਉੱਪਰ ਦੀ ਨਿਕਲੀ ਜਾਂਦੇ ਹਾਂ, ਸਾਰੇ ਕੰਗਾ ਗਿਰਿਆ ਹੁੰਦਾ ਉੱਪਰ ਦੀ ਸਭ ਟੱਪੀ ਜਾਂਦੇ ਹਾਂ, ਹੁੰਦਾ ਲਾਪਰਵਾਹ ਹੋਣਾ। ਉਹਨੂੰ ਕੀ ਕਹਿੰਦੇ ਨੇ? ਲਾਪਰਵਾਹ ਹੋਣਾ। ਜੋ ਬੇਪਰਵਾਹ ਹੁੰਦਾ ਹੈ, ਬੇਪਰਵਾਹ ਕੀ ਹੁੰਦਾ ਹੈ? ਉਹ ਕੁਛ ਚੀਜ਼ਾਂ ਨੂੰ ਅਣਗੌਲਿਆ ਕਰਕੇ ਚੱਲਦਾ ਹੈ, ਫਾਲਤੂ ਗੱਲਾਂ ਨੂੰ ਦਿਮਾਗ ਦੇ ਵਿੱਚ ਟੈਨਸ਼ਨ ਦਾ ਰੂਪ ਨਹੀਂ ਲੈਣ ਦਿੰਦਾ, ਉਹਨੂੰ ਕਹਿੰਦੇ ਨੇ ਬੇਪਰਵਾਹ। ਉਹ ਆਪਣੇ ਟਾਰਗੇਟ ਵੱਲ ਕੇਂਦਰਿਤ ਹੁੰਦਾ ਹੈ, ਉਹਨੂੰ ਕਹਿੰਦੇ ਨੇ, ਕਿਹਨੂੰ ਕਹਿੰਦੇ ਨੇ? ਬੇਪਰਵਾਹ। ਜਿਹੜਾ ਆਪਣੇ ਵੱਲ ਤੇ ਫਾਲਤੂ ਦੀਆਂ ਗੱਲਾਂ, ਫਾਲਤੂ ਦੀਆਂ ਗੱਲਾਂ, ਫਾਲਤੂ ਦੀਆਂ ਗੱਲਾਂ ਨਹੀਂ ਕਰਦਾ। ਵੀ ਕਿਹਨੇ ਲੈਣਾ, ਵੀ ਆਪਾਂ ਦੇ ਰਹੇ ਹਾਂ, ਤੁਹਾਨੂੰ ਕਿਹਨੇ ਲੈ, ਜੇ ਕਿਹਨੇ ਲੈਣ ਦਾ ਮਤਲਬ ਉਦੋਂ ਕਰੋਗੇ ਕੰਮ ਤੁਸੀਂ ਕੋਈ। ਇਹ ਹੈਗੇ ਨੇ ਬੇਕਾਰ ਗੱਲਾਂ ਜਿਨ੍ਹਾਂ ਵੱਲ ਆਪਾਂ ਧਿਆਨ ਨਹੀਂ ਸਮਝਦੇ। ਨਾਨਕ ਨਾਮ ਵਸੈ ਮਨ ਅੰਤਰ। ਤਾਂ ਨਾਨਕ ਜੀ ਕਹਿੰਦੇ ਨੇ, ਜਦੋਂ ਮਨ ਦੇ ਵਿੱਚ ਇਹ ਨਾਮ ਵਸ ਜਾਂਦਾ ਹੈ, ਨਾਮ ਪਰਮਾਤਮਾ ਦੀ ਹਰ ਇੱਕ ਗੱਲ ਇਸ ਮਨ ਵਿੱਚ ਵਸ ਜਾਂਦੀ ਹੈ। ਕਿਵੇਂ ਵਸਦੀ ਹੈ? ਗੁਰ ਸ਼ਬਦੀ ਹਰ ਮਿਲਾਵਨਿਆ, ਗੁਰੂ ਦੇ ਸ਼ਬਦ ਦੁਆਰਾ ਹੀ ਹਰੀ ਦਾ ਇਹ ਮਿਲਾਪ ਹੁੰਦਾ ਹੈ। ਤਾਂ ਵਾਰ-ਵਾਰ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਗੁਰੂ ਨੂੰ ਆਪਣੇ ਮਨ ਵਿੱਚ ਵਸਾਉਣਾ। ਦੇਖੋ ਅਸੀਂ ਹਰੀ ਨੂੰ ਨਹੀਂ ਦੇਖਿਆ, ਨਾ ਹੀ ਅੱਜ ਤੱਕ ਆਪਾਂ ਨੇ ਮਹਿਸੂਸ ਕਰਕੇ ਦੇਖੋ ਆਪਾਂ ਨੂੰ ਕਿੰਨਾ ਕੁ ਅਹਿਸਾਸ ਹੋਇਆ ਹਰੀ ਦਾ। ਪਰ ਸਾਨੂੰ ਗੁਰੂ ਦੀਆਂ ਗੱਲਾਂ ਦਾ ਤਾਂ ਪਤਾ ਹੈ ਨਾ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ। ਅਸੀਂ ਸਿਰਫ ਗੁਰੂ ਨੂੰ ਮਨ 'ਚ ਵਸਾ ਲਈਏ, ਹਰੀ ਤਾਂ ਆਟੋਮੈਟਿਕ ਮੋਡ 'ਚ ਆ ਜਾਏਗਾ। ਜਦੋਂ ਰੱਬ ਨੂੰ ਲੱਭਣ ਜਾਂਦੇ ਆ ਨਾ, ਰੱਬ ਨਹੀਂ ਮਿਲਦਾ। ਜੇ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਦੇ ਆ ਤਾਂ ਰੱਬ ਆਪੇ ਪ੍ਰਗਟ ਹੋ ਜਾਂਦਾ ਅੰਦਰੇ। ਜਿਵੇਂ ਧੰਨਾ ਜੱਟ ਨੂੰ ਰੱਬ ਪ੍ਰਗਟ ਹੋ ਗਿਆ ਸੀ, ਉਹ ਪੱਥਰ 'ਚੋਂ ਨਹੀਂ ਹੋਇਆ ਸੀਗਾ, ਇਹ ਮਨ ਦਾ ਵਹਿਮ ਹੈ, ਉਹ ਕਹਾਣੀਆਂ ਝੂਠੀਆਂ ਨੇ ਸਾਰੀਆਂ। ਜਦੋਂ ਉਹ ਗੁਰੂ ਨਾਲ ਜੁੜੇ, ਭਗਤਾਂ ਬਾਰੇ ਸੁਣਿਆ, ਉਹਨਾਂ ਨਾਲ ਗੱਲਬਾਤ ਕੀਤੀ, ਬਾਕੀ ਭਗਤਾਂ ਨਾਲ, ਅੰਦਰੋਂ ਪ੍ਰਗਟ ਹੋ ਗਿਆ ਸੀ ਰੱਬ ਉਹਨਾਂ ਦੇ, ਅੰਦਰੋਂ, ਬਾਹਰੋਂ ਨਹੀਂ। ਉਹ ਸਭ ਪੁਜਾਰੀਵਾਦ ਦੀਆਂ ਗੱਲਾਂ ਨੇ, ਪੱਥਰਾਂ ਨਾਲ ਜੋੜਨ ਦੀਆਂ, ਠੀਕ ਹੈ ਨਾ। ਉਹਨਾਂ ਤੋਂ ਬਚਣਾ ਆਪਾਂ ਨੇ, ਕਿਉਂਕਿ ਭਗਤ ਧੰਨਾ ਜੀ ਦੇ ਸ਼ਬਦ ਆਉਣਗੇ ਵੀ ਉਹਨਾਂ ਨੂੰ ਕਿਵੇਂ ਭਗਤੀ ਨਾਲ ਇਸ ਪ੍ਰਮਾਤਮਾ ਨਾਲ ਉਹਨਾਂ ਦਾ ਮਨ ਜੁੜਿਆ। ਆਪਾਂ ਪੜ੍ਹਾਂਗੇ, ਅੱਗੇ ਆਉਣਗੇ ਸ਼ਬਦ, ਆਪਾਂ ਭਗਤ ਜੀ ਤੋਂ ਪੁੱਛਾਂਗੇ ਵੀ ਤੁਹਾਡਾ ਮਨ ਕਿਵੇਂ ਜੁੜਿਆ ਰੱਬ ਨਾਲ। ਜਿਸ ਭਗਤ ਧੰਨਾ ਜੀ ਦੀ ਆਪਾਂ ਗੱਲ ਕਰਕੇ ਕਹਾਣੀਆਂ ਬਣਾਉਂਦੇ ਹਾਂ, ਆਪਾਂ ਭਗਤ ਜੀ ਤੋਂ ਪੁੱਛੀਏ, ਆਪਾਂ ਕਿਸ ਦੀ ਗੱਲ ਕਿਉਂ ਸੁਣੀਏ? ਤਾਂ ਭਗਤ ਜੀ ਅੱਗੇ ਗੱਲਾਂ ਆਉਣਗੇ, ਉਹਨਾਂ ਦੇ ਸ਼ਬਦ ਧਿਆਨ ਰੱਖਿਓ। ਫਿਰ ਆਪਾਂ ਨੂੰ ਪਤਾ ਲੱਗੂ ਵੀ ਭਗਤ ਧੰਨਾ ਜੀ ਦਾ ਪ੍ਰਮਾਤਮਾ ਕਿਵੇਂ ਪ੍ਰਗਟ ਹੋਇਆ,
ਕਿਵੇਂ ਉੱਠ ਕੇ ਭਗਤੀ ਲੱਗੇ ਸੀ ਉਹ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।